ਇਹ ਜੱਟਾ ਜ਼ਿਮੀਂਦਾਰਾਂ ਦਾ ਕੰਮ ਨਹੀਂ ਹੈਗਾ, ਇਹ ਮਰਾਸੀਆਂ ਦਾ ਕੰਮ ਆ। ਕੋਈ ਤੂੰ ਨਹੀਂ ਕਾਕਾ ਢੋਲਣਾ, ਸਪੈਸ਼ਲੀ ਮੇਰੀ ਭੂਆ ਦੇ ਸਾਈਡ ਤੋਂ ਤਾਂ ਇੱਥੇ ਤੁਹਾਨੂੰ ਜਿੱਦਾਂ ਪ੍ਰੋਗਰਾਮਾਂ ਵਿੱਚ ਕਈ ਵਾਰ ਦੱਸਿਆ। ਤੁਹਾਡੀ ਕਿੱਦਾਂ, ਤੁਹਾਡੇ ਪੇਰੈਂਟਸ ਕਿੱਦਾਂ ਤੁਹਾਨੂੰ? ਮੇਰੇ ਮੰਮੀ ਹੁਣ ਪੇਰੈਂਟਸ ਇੱਥੇ ਤੋਂ ਆ ਕੇ ਤੁਹਾਨੂੰ ਇੱਥੇ ਵੀ ਸਪੋਰਟ ਮਿਲ ਗਈ, ਪਹਿਲਾਂ ਕਿੱਦਾਂ ਸੀ? ਮੰਮੀ ਥੋੜੇ ਸਟ੍ਰਿਕਟ ਸੀਗੇ, ਥੋੜੇ ਸੀਗੇ ਮੇਰੇ ਸਟ੍ਰਿਕਟ ਤਾਂ, ਪਰ ਜਿਹੜੇ ਮੇਰੇ ਫਾਦਰ ਸੀਗੇ ਉਹ ਮਤਲਬ ਮੈਨੂੰ ਬਹੁਤ ਸਪੋਰਟ ਦਿੰਦੇ ਸੀ। ਮਤਲਬ ਫਾਦਰ ਹੁਣ ਵੀ ਬਹੁਤ ਸਪੋਰਟ ਦਿੰਦੇ ਨੇ। ਤਾਂ ਉਸ ਟਾਈਮ ਤੇ ਜਦੋਂ ਵੀ ਕੋਈ ਗੱਲ ਮਨਵਾਉਣੀ ਹੁੰਦੀ ਤਾਂ ਫਿਰ ਡੈਡ ਦੇ ਕੋਲ ਜਾ ਕੇ ਦੌੜ ਕੇ ਕਹਿਣਾ ਕਿ ਆ ਮੈਂ ਕਰਨਾ ਚਾਹੁੰਦੀ ਹਾਂ। ਪਰ ਡੈਡ ਨੇ ਇੱਕੋ ਹੀ ਕੰਡੀਸ਼ਨ ਰੱਖੀ ਸੀਗੀ ਕਿ ਜੋ ਵੀ ਤੁਸੀਂ ਕਰਨਾ ਕਾਲਜ ਦੇ ਵਿੱਚ ਕਰੋ, ਪਰ ਇਹਦਾ ਤੁਹਾਡੀ ਪੜ੍ਹਾਈ ਦੇ ਉੱਪਰ, ਕਿਉਂਕਿ he was a retired principal, he is a retired principal, ਸੋ ਮੈਨੂੰ ਉਹਨਾਂ ਦਾ ਮਤਲਬ ਜਿਹੜਾ ਹੈ ਨਾ ਡਰ ਸੀਗਾ ਕਿ ਜੇ ਜਿਹੜੇ ਪੜ੍ਹਾਈ ਦੇ ਵਿੱਚ ਮਾਰਕਸ ਜਿਹੜੇ ਆ ਉਹ ਪੂਰੇ ਆਉਣੇ ਚਾਹੀਦੇ ਆ। So I did my degree in first class, that was the condition. So your dad was ਕਿ ਤੂੰ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਕਰਨੀ ਹੈ, ਬਾਕੀ ਪੁੱਤ ਤੂੰ ਜੋ ਮਰਜ਼ੀ ਕਰ। ਤੇ ਮਤਲਬ ਜਿਹੜੀ ਇੱਕ ਡੈਡ ਨੇ ਹੋਰ ਗੱਲ ਕਹੀ ਸੀ, ਕਹਿੰਦੇ ਸੀ ਆ ਜਿਹੜੀ ਸਿਰ ਤੇ ਪੱਗ ਆ ਨਾ, ਬਸ ਇਹਦਾ ਖਿਆਲ ਰੱਖਣਾ, ਇਹਨੂੰ ਦਾਗ ਨਹੀਂ ਲੱਗਣ ਦੇਣਾ। ਹਾਂ ਬਸ ਇਹਦਾ ਖਿਆਲ ਰੱਖਣਾ, ਕਰੋ ਜੋ ਮਰਜ਼ੀ, ਕਰੋ ਜੋ ਮਰਜ਼ੀ। ਸੋ ਤੁਸੀਂ ਬਹੁਤ ਬੜਭਾਗੀ ਰਹੇ ਆ, ਇੱਥੇ ਆ ਕੇ ਵੀ ਤੁਹਾਨੂੰ ਸਪੋਰਟ ਮਿਲਦੀ ਰਹੀ ਆ। ਇਸੇ ਕਰਕੇ ਤੁਹਾਨੂੰ ਸਾਰੇ ਮੀਡੀਆ ਦੇ ਵਿੱਚ ਇੰਨਾ ਪਿਆਰ ਵੀ ਮਿਲ ਰਿਹਾ। ਮੀਡੀਆ ਦੇ ਵਿੱਚ ਤੁਹਾਨੂੰ ਕਿ ਰੂਪ ਜੀ ਕੀ ਲੱਗਦਾ ਕਿ ਮੀਡੀਆ ਜਿੰਨਾ ਤੁਸੀਂ ਮੀਡੀਆ ਲਈ ਕੀਤਾ, ਕਿ ਮੈਨੂੰ ਤਾਂ ਮੈਂ ਆਪਣੀ ਗੱਲ ਕਰ ਸਕਦਾ ਕਿ ਮੈਨੂੰ ਤਾਂ ਬਹੁਤ ਸਪੋਰਟ ਮਿਲੀ ਤੁਹਾਤੋਂ। ਤੁਹਾਡੇ ਮੇਰੇ ਗੀਤਾਂ ਨੂੰ ਸਿੰਘ ਸ਼ੇਰ, ਮਾਂ ਬਾਪ ਔਰ ਬੱਚੇ, ਜੇ ਤੁਹਾਡੇ ਜੈਸੇ ਪ੍ਰੈਜ਼ੈਂਟਰ ਨਾ ਉਹਨਾਂ ਨੂੰ ਭਰਵਾਂ ਹੁੰਗਾਰਾ ਦਿੰਦੇ ਤਾਂ ਸ਼ਾਇਦ ਮੀਡੀਆ 'ਚ ਨਹੀਂ ਇੰਨੇ ਉਹ ਗੀਤ ਚੱਲਣੇ। ਤੁਹਾਨੂੰ ਮੀਡੀਆ ਦੇ ਬਾਰੇ ਕਿੱਦਾਂ ਲੱਗਦਾ? ਤੁਹਾਨੂੰ ਪੂਰੀ ਤਰ੍ਹਾਂ ਸਪੋਰਟ ਮਿਲੀ ਹੈ ਕਿ ਜਿੰਨਾ ਤੁਸੀਂ ਪਿਆਰ ਦਿੱਤਾ ਸਾਰੇ ਕਲਾਕਾਰਾਂ ਨੂੰ, ਤੁਹਾਨੂੰ ਮਿਲਿਆ? ਕੁਛ ਕਮੀ ਰਹਿ ਗਈ ਕਿ ਦੇਖੋ, ਜੇ ਤਾਂ ਬੰਦਾ ਨੈਗੇਟਿਵ ਸੋਚੇ ਹਨਾ, ਫਿਰ ਤਾਂ ਅਸੀਂ ਹਰ ਇੱਕ ਚੀਜ਼ 'ਚ ਨੁਕਸ ਕੱਢ ਸਕਦੇ ਹਾਂ। ਅਸੀਂ ਤੇ ਇਹ ਵੀ ਕਹਿ ਸਕਦੇ ਹਾਂ ਵੀ ਇਹ ਰੋਟੀ ਖਾਂਦਾ ਇਹਦੀ ਦਾੜੀ ਹਿਲਦੀ ਹੈ, ਸਮਝਦੇ ਹੋ ਨਾ? ਜੇ ਕਿਸੇ ਨੇ ਨੁਕਸ ਕੱਢਣਾ ਤਾਂ ਉਹ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਕੱਢ ਸਕਦੇ ਹੋ। ਪਰ ਜੇ ਤੁਸੀਂ ਪੋਜ਼ਿਟਿਵ ਸਾਈਡ ਤੇ ਦੇਖੋ ਤਾਂ ਮੈਨੂੰ ਬੜਾ ਅੱਛਾ ਰਿਸਪੌਂਸ ਮਿਲਿਆ। ਇਨ ਦਾ ਬਿਗਿਨਿੰਗ ਜਦੋਂ ਮੈਂ ਪਹਿਲਾਂ ਰੇਡੀਓ ਤੇ ਕਰਦੀ ਹੁੰਦੀ ਸੀ, ਰੇਡੀਓ ਤੋਂ ਬਾਅਦ ਮੈਂ ਟੀਵੀ ਵੱਲ ਆਉਣਾ ਚਾਹੁੰਦੀ ਸੀ। ਇਹ ਅੱਜ ਤੋਂ ਹੁਣ ਮੈਂ 20 ਸਾਲ ਪਹਿਲਾਂ ਦੀ ਗੱਲ ਕਰ ਰਹੀ ਹਾਂ। ਰੇਡੀਓ ਇੱਕੋ ਨਾ ਰਹੇ ਸਨਰਾਈਜ਼ ਨਾਲ? ਨਹੀਂ, I was with Punjab Radio, then I went to Akash Radio, after Akash I went to TV। ਪਰ ਜਦੋਂ ਮੈਂ ਉਹ ਟੀਵੀ ਚੈਨਲ ਲਈ ਜਾਂਦੀ ਸੀਗੀ ਤਾਂ ਮੈਂ ਪੰਜਾਬਣ ਦੇ ਰੂਪ 'ਚ ਪ੍ਰੋਗਰਾਮ ਕਰਨਾ ਚਾਹੁੰਦੀ ਸੀ, ਤੇ ਮੈਨੂੰ ਉਸ ਟਾਈਮ ਤੇ ਇਹ ਕਿਹਾ ਜਾਂਦਾ ਸੀ ਕਿ ਇਦਾਂ ਦਾ ਪ੍ਰੋਗਰਾਮ ਨਹੀਂ ਚੱਲਣਾ ਇੱਥੇ। ਅੱਛਾ, ਤੇ ਤੁਹਾਨੂੰ ਥੋੜਾ ਜਿਹਾ ਇੰਗਲਿਸ਼ ਟਾਈਪ ਕਰਨਾ ਪਏਗਾ। ਪਰ ਮੇਰੇ ਦਿਮਾਗ 'ਚ ਇੱਕ ਤਸਵੀਰ ਸੀ ਕਿ ਮੈਂ ਪੰਜਾਬੀ ਨੂੰ ਹੀ ਪ੍ਰਮੋਟ ਕਰਨਾ ਹੈ। ਸੋ ਮੈਨੂੰ ਥੋੜੇ ਧੱਕੇ ਵੀ ਖਾਣੇ ਪਏ। ਐਸੀ ਨਹੀਂ ਗੱਲ ਕਿ ਮੈਂ ਜਿਹੜਾ ਜਿਸ ਤਰ੍ਹਾਂ ਦਾ ਪ੍ਰੋਗਰਾਮ ਮੈਂ ਕਰਨਾ ਚਾਹੁੰਦੀ, ਸਿਰਫ ਮੈਂ ਟੀਵੀ ਤੇ ਨਹੀਂ ਸੀ ਆਉਣਾ ਚਾਹੁੰਦੀ, ਮੈਂ ਟੀਵੀ ਤੇ ਇੱਕ ਖਾਸ ਰੂਪ ਦੇ ਵਿੱਚ ਸਾਹਮਣੇ ਆਉਣਾ ਚਾਹੁੰਦੀ ਸੀਗੀ। ਤਾਂ ਉਹਦੇ ਵਾਸਤੇ ਥੋੜੀ ਸਟਰਗਲ ਕਰਨੀ ਪਈ। ਪਰ ਇਵੈਂਚੁਅਲੀ ਜਦੋਂ ਮੇਰਾ ਪ੍ਰੋਗਰਾਮ, ਮੈਨੂੰ ਯਾਦ ਹੈ ਹੁਸਨ ਪੰਜਾਬ ਦਾ MA TV ਤੇ ਆਉਂਦਾ ਹੁੰਦਾ ਸੀ, ਦੈਟ ਵਾਜ਼ ਦਾ ਓਨਲੀ ਪ੍ਰੋਗਰਾਮ ਉਸ ਟਾਈਮ ਤੇ, ਪੰਜਾਬੀ ਕੋਈ ਪ੍ਰੋਗਰਾਮ ਉਸ ਟਾਈਮ ਤੇ ਹੁੰਦਾ ਸੀਗਾ। ਉਸ ਤੋਂ ਬਾਅਦ ਵਿੱਚ ਦੂਜੇ ਪ੍ਰੋਗਰਾਮ ਜਿਹੜੇ ਨੇ ਉਹ ਸ਼ੁਰੂ ਹੋਏ ਸੀਗੇ। ਇਹ ਇਕੱਲਾ ਹੀ ਪ੍ਰੋਗਰਾਮ ਸੀ ਉਸ ਟਾਈਮ ਤੇ ਜਿਹੜਾ ਮੈਂ ਕਰਦੀ ਹੁੰਦੀ ਸੀ। ਉਸ ਟਾਈਮ ਤੇ ਕੋਈ ਤੁਹਾਡੇ ਲਾਈਵ ਕਾਲਸ ਨਹੀਂ ਸੀ ਹੁੰਦੀਆਂ, ਲੋਕੀ ਪ੍ਰੋਪਰ ਚਿੱਠੀਆਂ ਲਿਖ ਕੇ ਭੇਜਦੇ ਹੁੰਦੇ ਸੀ। ਚਿੱਠੀਆਂ ਦੇ ਵਿੱਚ ਉਹਨਾਂ ਨੇ ਮੈਸੇਜ ਲਿਖ ਕੇ ਭੇਜਣਾ, ਫਿਰ ਈਮੇਲ ਸ਼ੁਰੂ ਹੋ ਗਈ ਸੀ। ਸੋ ਆਪਾਂ ਬਹੁਤ ਟਾਈਮ ਪਹਿਲਾਂ ਦੀਆਂ ਗੱਲਾਂ ਕਰ ਰਹੇ ਹਾਂ। ਹੁਣ ਵੀ ਜੇ ਤੁਸੀਂ YouTube ਤੇ ਜਾ ਕੇ ਉਹ ਭਰੋ ਤਾਂ ਬਹੁਤ ਮਤਲਬ ਅੱਜ ਤੋਂ ਪੁਰਾਣੀਆਂ ਵੀਡੀਓਜ਼ ਸਾਡੇ ਸਾਹਮਣੇ ਆਉਂਦੀਆਂ ਨੇ। ਹਾਂਜੀ, ਤੁਸੀਂ ਸੁਣ ਲਓ ਦੋਸਤੋ, YouTube ਤੇ ਤੁਸੀਂ ਕੀ ਤੁਸੀਂ ਪਾ ਸਕਦੇ ਹੋ, ਰੂਪ ਦਵਿੰਦਰ ਤੁਸੀਂ ਪਾ ਦਿਓ, ਰੂਪ ਦਵਿੰਦਰ MA TV ਪਾ ਦਿਓ। ਏਦਾਂ ਤੁਸੀਂ ਪਾ ਕੇ ਦੇਖੋ, ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਈਆਂ ਨੇ, ਛੋਟੇ ਛੋਟੇ ਕਲਿੱਪ ਵੀ ਪਏ ਹੋਏ ਨੇ, ਬਹੁਤ ਪੁਰਾਣੇ। ਠੀਕ ਹੈ ਰੂਪ ਜੀ, ਤੁਸੀਂ ਬਹੁਤ ਸਾਰੀਆਂ ਬੋਲੀਆਂ ਪਾਈਆਂ। ਸਭ ਤੋਂ ਪਹਿਲਾਂ ਤੁਹਾਨੂੰ ਗਿੱਧੇ ਦਾ ਸ਼ੌਂਕ ਸੀਗਾ, ਉਹ ਤੇ ਪਹਿਲਾਂ ਦੱਸ, ਉਹਦੇ ਸੁਣਨ ਤੋਂ ਪਹਿਲਾਂ ਤੁਹਾਡੇ ਥੋੜ੍ਹੀਆਂ ਬੋਲੀਆਂ ਟੱਪੇ ਵੀ ਤੁਹਾਡੇ ਸੁਣਨਾ ਚਾਹਾਂਗੇ। ਤੇ ਉਹ ਮੈਂ ਇੱਕ ਗੱਲ ਦੋਸਤੋ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਅਹਿਮ ਗੱਲ ਕਰਨਾ ਚਾਹੁੰਦਾ। ਤੁਸੀਂ ਅਕਸਰ ਸਾਡੀ ਫੋਟੋ ਮੇਰੀ ਵਾਈਫ ਦੇ ਨਾਲ ਤੇ ਰੂਪ ਦੇ ਨਾਲ, ਅਸੀਂ ਤਿੰਨੇ ਫੋਟੋ ਬਹੁਤ ਜਗ੍ਹਾ ਤੇ ਖਿਚਾਉਂਦੇ ਹਾਂ, ਔਰ ਜਿੱਥੇ ਵੀ ਅਸੀਂ ਮਿਲੀਏ ਅਸੀਂ ਇਕੱਠੇ ਤਿੰਨੇ ਫੋਟੋ ਖਿਚਾਉਂਦੇ ਹਾਂ। ਕਿ ਇਸ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਰਾਜ ਆ। ਮੈਂ ਅਕਸਰ ਤੁਹਾਨੂੰ ਰੂਪ ਜੀ, ਤੁਹਾਨੂੰ ਪਤਾ ਨਾ, ਤੁਹਾਨੂੰ ਮੈਂ ਬੈਸਟੀ ਕਹਿੰਦਾ ਆਪਣਾ। ਹਾਂਜੀ ਹਾਂਜੀ। ਇਹ ਰੂਪ ਮੈਂ ਆਪਣੇ ਗਾਣੇ ਦੇ ਵਿੱਚ ਵੀ ਉੱਤੇ ਲਿਖਿਆ ਹੁੰਦਾ, ਮਾਈ ਬੈਸਟੀਜ਼। ਉਹਦੇ ਵਿੱਚ ਦੋਸਤੋ ਤੁਸੀਂ ਜੇ ਜਾਣਨਾ ਚਾਹੋਗੇ ਤੇ ਮੈਂ ਸੱਚ ਜਿੱਥੇ ਮੇਰਾ ਹਾਰਟ ਨੂੰ ਟੱਚ ਹੋਇਆ, ਅਸੀਂ ਰੂਪ ਜੀ ਤੁਹਾਨੂੰ ਯਾਦ ਹੈ, ਤੁਹਾਨੂੰ ਆਪਣੇ ਲਾਂਚ ਪਾਰਟੀ ਤੇ ਸੱਦਿਆ ਸੀਗਾ ਸਿੰਘ ਸ਼ੇਰ ਤੇ ਬੋਲੀਆਂ ਦੀ ਲਾਂਚ ਪਾਰਟੀ ਤੇ। ਤੁਸੀਂ ਉੱਥੇ ਨਾ ਮੁਕੰਮਲ 30 ਮਿੰਟ ਦੀ 20 ਮਿੰਟ ਦੀ ਸਪੀਚ ਤੱਕ ਘੱਟੋ ਘੱਟ ਦਿੱਤੀ ਹੋਣੀ ਹੈ।
ਗਾਣੇ ਦੀ ਲਾਂਚ ਪਾਰਟੀ ਤੇ। ਤੁਸੀਂ ਬਹੁਤ ਹੀ ਵਧੀਆ, ਬਹੁਤ ਹਾਰਟ ਟੱਚਿੰਗ ਸਪੀਚ ਦਿੱਤੀ ਆ, ਔਰ ਉਸ ਸਪੀਚ ਦੇ ਵਿੱਚ ਦੋਸਤੋ ਇੱਕ ਜਗ੍ਹਾ ਤੇ ਨਾ ਉਹ ਮੈਂ ਹੀ ਜਾਣ ਸਕਦਾ ਜਾਂ ਮੇਰਾ ਰੱਬ ਜਾਣ ਸਕਦਾ, ਮੈਨੂੰ ਨਹੀਂ ਪਤਾ ਰੂਪਮਣੀ ਉਹ ਕਿੱਦਾਂ ਗੱਲ ਕਹਿ ਦਿੱਤੀ। ਕਹਿੰਦੀ ਪਏ ਆ ਗਾਣੇ ਸੁਣੋ, ਚਾਚਾ ਢੋਲੀ ਨੂੰ ਤੁਸੀਂ ਸਾਰੇ ਚਾਹੁੰਦੇ ਆ ਤੇ ਚਾਚਾ ਢੋਲੀ ਗਾਉਣਾ ਬੰਦ ਕਰ ਦੇਵੇ ਤੇ ਢੋਲ ਚੱਕ ਕੇ ਸਾਈਡ ਤੇ ਰੱਖ ਕੇ ਢੋਲ ਵਜਾਈ ਆ ਆਰਾਮ ਨਾਲ। ਤੇ ਮੈਂ ਤੁਰਿਆ ਜਾਂਦਾ, ਮੈਂ ਸਾਈਡ ਦੇ ਸਪੀਚ ਮੈਂ ਕਿਹਾ ਬਹਿ ਜਾ ਕਹੋ ਕਿ ਗਾਣੇ ਬਹੁਤ ਵਧੀਆ ਸੀਗੇ, ਚੱਲ ਇੰਨਾ ਮੈਂ ਐਕਸਪੈਕਟ ਕਰਦਾ ਸੀ। ਪਰ ਤੁਸੀਂ ਮੇਰੀ ਦਿਲ ਦੀ ਗਹਿਰਾਈ ਤੱਕ ਰੂਪ ਜੀ ਪਹੁੰਚ ਗਏ। ਮੈਨੂੰ ਨਹੀਂ ਪਤਾ ਮੇਰੇ ਘਰ ਦੇ ਤੋਂ ਵੀ ਕੋਈ, ਉਹ ਮੈਂ ਉੱਧਰ ਨੂੰ ਰਾਤ ਨੂੰ ਸਾਰੀ ਰਾਤ ਹਿੰਜੂ ਮੇਰੇ ਬੰਦ ਨਹੀਂ ਹੋਏ। ਮੈਂ ਕਿਹਾ ਵੀ ਇਹ ਕਿ ਦਿਲ ਦੀ ਗੱਲ ਤਾਂ ਸ਼ਾਇਦ ਕੋਈ ਮਾਂ ਜਾਣ ਸਕਦੀ ਆ ਜਾਂ ਕੋਈ ਕਰੀਬੀ ਜਾਣ। ਤੁਸੀਂ ਕਿਸੇ ਦਾ ਮਾਈਂਡ ਰੀਡ ਕਰ ਲੈਂਦੇ ਆ ਜਾਂ ਕਿੱਦਾਂ ਕਿਸ ਇਸ ਲਈ, ਕਿਉਂਕਿ ਮੇਰੇ ਦਿਲ ਦੀ ਗੱਲ ਸੀਗੀ, ਸੱਚੀ ਮੈਂ ਫੀਲ ਕਰਦਾ ਸੀਗਾ ਕਿ ਚਾਚਾ ਢੋਲੀ ਉਹ ਬੰਦ ਕਰ ਦੇ ਤੂੰ ਗਾਉਣਾ, ਤੈਨੂੰ ਤੂੰ ਢੋਲ ਵਜਾਈ ਆਰਾਮ ਨਾਲ। ਤੁਸੀਂ ਉਹ ਗੱਲ ਕਹਿਤੀ ਔਰ ਮੇਰੇ ਦਿਲ ਨੂੰ ਬਹੁਤ ਟੱਚ ਹੋਈ। ਉਸ ਕਰਕੇ ਮੈਂ ਇਸ ਕਰਕੇ ਮੈਂ ਦੋਸਤੋ ਉਸ ਦਿਨ ਤੋਂ ਮੈਂ ਕਿਹਾ ਮੇਰੀ ਵਾਈਫ ਰੂਪੀ ਮੇਰੀ ਬੈਸਟੀ ਆ। ਸੋ ਇਸ ਕਰਕੇ ਤੁਹਾਨੂੰ ਮੈਂ ਉਮੀਦ ਕਰਦਾ ਕਿ ਤੁਹਾਨੂੰ ਵੀ ਪਤਾ ਲੱਗ ਜਾਏਗਾ। ਮੈਂ ਆਲਵੇਸ ਤੁਸੀਂ ਐਵੇਂ ਸਸਪੈਂਸ ਖੋਲ ਦਿੱਤਾ, ਤੁਸੀਂ ਦੱਸਣਾ ਕਿਉਂ ਸੀਗਾ? ਨਹੀਂ ਪਰ ਗੱਲ ਉੱਤੇ ਰਹਿ ਗਈ ਆ। ਤੁਸੀਂ ਦੱਸੋ ਮਾਈਂਡ ਰੀਡ ਆ ਤੁਸੀਂ? ਨਹੀਂ ਮਾਈਂਡ ਰੀਡ ਨਹੀਂ, ਇਹ ਪਤਾ ਕੀ ਹੈ, ਇਹ ਦਿਲ ਦੀਆਂ ਗੱਲਾਂ ਨੇ। Did you read something in my eyes or? I think what it is, it's all about the connection. When you meet people, ਤੁਹਾਡੇ ਨਾ ਜਿਹੜੇ ਸੋਲ ਹੁੰਦੇ ਆ, ਸੋਲਸ ਮਤਲਬ ਇੱਕ ਤਾਂ ਬੋਡੀ ਬਾਹਰ, ਇਹਨੂੰ ਕਹਿੰਦੇ ਆ ਕੱਪੜੇ। ਜੇ ਗੁਰਬਾਣੀ ਪੜ੍ਹੀ ਉਹ 'ਚ ਲਿਖਿਆ ਹੁੰਦਾ ਕਿ ਜਿਹੜੇ ਆਹ ਨੇ ਇਹ ਬਾਹਰ ਸਾਨੂੰ ਸਾਡੀ ਰੂਹ ਦੇ ਕੱਪੜੇ ਨੇ ਬਾਹਰ ਦੇ, ਜਿਹੜਾ ਸਾਡਾ ਸਰੀਰ ਹੈ। ਜਿਹੜੀ ਤੁਹਾਡੀ ਜਿਹੜੀ ਅਸਲੀ ਇਨਸਾਨ ਹੈ ਉਹ ਅੰਦਰ ਹੈ, ਜਿਹੜੀ ਸਾਡੀ ਸੋਲ ਹੈ, that is the true ਮਤਲਬ ਬੀਇੰਗ। ਜਿਹੜੀਆਂ ਸੋਲਸ ਨੇ ਜਦੋਂ ਕਨੈਕਟ ਕਰਦੀਆਂ ਨੇ ਉਹ ਚੀਜ਼ਾਂ ਅਸੀਂ ਜਾਣ ਲੈਂਦੇ ਆ ਜਿਹੜੀਆਂ ਕਿ ਜ਼ੁਬਾਨ ਨੇ ਨਹੀਂ ਕਹੀਆਂ ਹੁੰਦੀਆਂ। ਇਟਸ ਆਲ ਅਬਾਊਟ ਦਾ ਸੋਲ ਕਨੈਕਸ਼ਨ। ਐਂਡ ਜਦੋਂ ਉਹ ਕਨੈਕਸ਼ਨ ਹੁੰਦਾ ਤੁਹਾਨੂੰ ਅਗਲੇ ਦੇ ਦਿਲ ਦੀ ਜਿਹੜੀ ਗੱਲ ਹੈ ਉਹ ਸਮਝ ਆ ਜਾਂਦੀ ਹੈ। ਬਾਕੀ ਪਰ ਮੈਨੂੰ ਤਾਂ ਲੱਗਦਾ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਸਾਰਿਆਂ ਕੋ ਇਹ ਨਹੀਂ ਹੈਗੇ, everybody can't see through somebody like the way you did. I think you have a God given something. ਤੁਸੀਂ ਸਾਰਿਆਂ ਨੂੰ ਦੇਖ ਕੇ ਜਿੱਦਾਂ ਕਿ ਆਪਣੇ ਹੋਰ ਵੀ ਕਲਾਕਾਰ ਆ, can you see right through them or I think it's all about communication. And generally ਜਦੋਂ ਅਸੀਂ communicate ਕਰਦੇ ਆ ਨਾ ਕਿਸੇ ਨਾਲ, it's not about saying what you want to say. It's also about listening. Sorry ਮੈਂ ਵਿੱਚ ਇੰਗਲਿਸ਼ ਬੋਲ ਰਹੀ ਹਾਂ, ਉਹ ਆ ਜਾਂਦੀ ਹੈ। ਮਤਲਬ ਜਿਹੜਾ ਸੁਣਨਾ ਹੁੰਦਾ ਨਾ, ਕਿਸੇ ਦੀ ਗੱਲ ਨੂੰ ਸੁਣਨਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਕਹਿਣ ਦੇ ਨਾਲੋਂ ਸੁਣਨਾ ਬਹੁਤ ਜ਼ਰੂਰੀ ਹੁੰਦਾ। ਔਰ ਜਿਹੜੀ ਕਮਿਊਨੀਕੇਸ਼ਨ ਹੁੰਦੀ ਹੈ ਸਿਰਫ ਤੁਹਾਡੇ ਵਰਡਸ ਨਾਲ ਨਹੀਂ ਹੁੰਦੀ, ਤੁਹਾਡੀ ਬੋਡੀ ਲੈਂਗੁਏਜ ਦੀ ਹੁੰਦੀ ਹੈ, ਤੁਹਾਡੀ ਆਈਜ਼ ਦੀ ਹੁੰਦੀ ਹੈ, ਤੁਹਾਡੇ ਹੈਂਡਸ ਦੀ ਹੁੰਦੀ ਹੈ। There is lot more in communication than just the words. ਪਰ ਮੈਂ ਰੂਪ ਜੀ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ। ਤੁਹਾਨੂੰ ਵੀ ਨਹੀਂ ਪਰਸਨਲੀ ਵੀ ਨਹੀਂ ਕਦੀ ਦੱਸਿਆ, ਤੁਹਾਨੂੰ ਇੰਨਾ ਪਤਾ ਮੈਂ ਤੁਹਾਨੂੰ ਬੈਸਟੀਜ਼ ਕਹਿੰਦਾ, ਆਪਣੇ ਫੋਟੋ ਵੀ ਖਿਚਾਉਂਦੇ ਰਹਿੰਦੇ ਹਾਂ। ਸੋ ਕਿ ਦੋਸਤੋ ਕਦੀ ਇੱਦਾਂ ਨਾ ਸੋਚਿਓ ਕਰਕੇ ਕਿਸੇ ਨੂੰ ਤੁਸੀਂ ਪਿਆਰ ਲੱਖਾਂ ਕਰੋੜਾਂ ਲੋਕਾਂ ਨਾਲ ਕਰਦੇ ਹੁੰਦੇ ਆ, ਉਹਦੇ ਵਿੱਚ ਬਹੁਤ ਥੋੜ੍ਹੇ ਲੋਕ ਹੁੰਦੇ ਜਿਹੜੇ ਤੁਹਾਡੇ ਬਿਲਕੁਲ ਕਰੀਬ ਹੁੰਦੇ ਆ। ਔਰ ਦੋਸਤ ਕਹਿਣ ਨੂੰ ਤਾਂ ਰੂਪ ਜੀ ਦੇ ਵੀ ਹਜ਼ਾਰਾਂ ਹੀ ਦੋਸਤ ਹੁੰਦੇ, ਪਰ ਲੇਕਿਨ ਔਖੀ ਟਾਈਮ 'ਤੇ ਜਿਹੜਾ ਸਹੀ ਟਾਈਮ ਹੁੰਦਾ ਉਸ ਲਈ ਬਹੁਤ ਥੋੜ੍ਹੀ ਇੱਕ ਹੱਥ ਦੀ ਉਂਗਲੀਆਂ ਵੀ ਨਹੀਂ ਪੂਰੀਆਂ ਹੁੰਦੀਆਂ। ਸਹੀ ਹੈ? ਬਿਲਕੁਲ ਬਿਲਕੁਲ, ਇਹ ਤਾਂ ਗਿਵ ਐਂਡ ਟੇਕ ਹੈ। ਤੁਸੀਂ ਕਰਦੇ ਹੋ ਫਿਰ ਅਗਲਾ ਵੀ ਕਰਦਾ। ਖੂਹ 'ਚ ਜਿਹੋ ਜਿਹੀ ਆਵਾਜ਼ ਮਾਰੋ ਉਹ ਜਿਹੀ ਬਾਹਰ ਸੁਣਦੀ ਹੈ। ਸੋ ਇਹ ਗਿਵ ਐਂਡ ਟੇਕ ਹੁੰਦੀ, ਕਦੀ ਵੀ ਇੱਦਾਂ ਨਹੀਂ ਹੁੰਦਾ ਕਿ ਗਿਵ ਕਰੋ ਤੇ ਟੇਕ ਨਾ ਕਰੋ। ਇਹ ਤਾਂ ਦੋਨੇ ਹੀ ਚੀਜ਼ਾਂ ਨੇ। ਚਲੋ ਉਹ ਮੈਂ ਧੰਨਵਾਦ ਕਰਦਾ ਹੋਇਆ ਉਦਮ ਦੀ। ਤੁਸੀਂ ਹਮੇਸ਼ਾ ਸਾਡੇ ਜਿਹੜਾ ਵੀ ਕੋਈ ਲਾਂਚ ਪਾਰਟੀ ਕਰੀਏ ਤੁਸੀਂ ਅੱਗੇ ਹੋ ਕੇ ਆਉਂਦੇ ਆ। ਤੇ ਤੁਸੀਂ ਕੈਂਸਰ ਪਾਰਟੀ ਤੇ ਵੀ ਕੈਂਸਰ ਸ਼ੋਅ ਵੀ ਕੀਤਾ ਸੀ, ਉਹਦਾ ਵੀ ਬਹੁਤ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ ਹੈ ਨਾ। ਉਹ ਤੁਹਾਡਾ ਬਹੁਤ ਰੀਜ਼ਨ ਜਿਹੜਾ ਸੀ ਉਹ ਮਤਲਬ ਬੜਾ ਸੀਗਾ, ਇੱਕ ਔਖਾ ਟਾਈਮ ਸੀਗਾ। ਚਲੋ ਫਿਰ ਜੋ ਰੱਬ ਨੂੰ ਜੋ ਮਨਜ਼ੂਰ ਹੁੰਦਾ, ਜੋ ਵੀ ਕਰ ਸਕਦੇ ਹੁੰਦੇ, ਜਿਹੜੀ ਚੀਜ਼ ਹੋਣੀ ਉਹ ਹੋ ਕੇ ਰਹਿੰਦੀ ਹੁੰਦੀ ਹੈ। ਸੋ ਉਹਦੇ ਨਾਲ ਗੱਲ ਕਰਦੇ ਚੱਲ ਅਸੀਂ ਮੂਡ ਆਪਣਾ ਥੋੜਾ ਜਿਹਾ ਤੁਸੀਂ ਆਪਣੇ ਕਾਲਜਾਂ ਦੇ ਟਾਈਮ ਤੇ ਆਪਣਾ ਤੁਸੀਂ ਕੋਈ ਕਾਲਜ ਦੇ ਟਾਈਮ ਦੇ ਜਾਂ ਇੱਥੇ ਦੇ ਤੁਹਾਡੇ ਮਨ ਦੀ ਕੋਈ ਆਪਣੀ ਕੋਈ ਕਵਿਤਾ, ਕੋਈ ਬੋਲੀ, ਕੋਈ ਕਥਾ ਕੋਈ ਸੁਣਾ ਦਿਓ ਸਾਨੂੰ। ਜ਼ਰੂਰ ਸੁਣਾਵਾਂਗੀ। ਔਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਵੀ ਜਿਹੜੇ ਚੈਨਲ ਤੇ ਅਸੀਂ ਕੰਮ ਕਰਦੇ ਹਾਂ, ਮੈਨੂੰ ਤੁਹਾਡੀ ਪਹਿਲੀ ਇੰਟਰਵਿਊ ਯਾਦ ਆ ਜਾਂਦੀ ਹੈ। ਅਕਾਲ ਚੈਨਲ ਤੇ ਆਪਾਂ ਬੈਠੇ ਹਾਂ ਤੇ ਮੈਂ ਕਿਹਾ ਵੀ ਪੰਜਾਬੀ ਵਿਰਸਾ ਦਾ ਪ੍ਰੋਗਰਾਮ ਹੈ ਵੀ ਅਸੀਂ ਰੌਣਕਾਂ ਲਾਈਏ, ਤੁਸੀਂ ਢੋਲ ਫੜਿਆ ਸੀ, ਨਾਲ ਸਾਡੇ ਸੁਰਜੀਤ ਸੀ, ਤਾਂ ਆਪਾਂ ਬੋਲੀਆਂ ਪਾਤੀਆਂ। ਫਿਰ ਬੋਲੀ ਕੀ ਸੀ?
हाय नी मेरी अल्लाह ही अल्लाह। पूरी बोली सुनाओ ना सुरजीत जी। आ पता लेके चली खेत नू सिर ते रख के पल्ला, ओ पता लेके चली खेत नू सिर ते रख के पल्ला, चौधरीआं दा मुंडा मिल पिया ओ भी कलम कल्ला, चौधरीआं दा मुंडा मिल पिया ओ भी कलम कल्ला, ना 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 कर दी गल मेरे लाके ले गया पल्ला, हाय नी मेरी अल्लाह ही अल्लाह, हाय नी मेरी। हाँ जी कुछ इस तरह दी बोलियां ना, पर वो चैनल ਅਸੀਂ रियलाइज नहीं ਕੀਤਾ ਕਿ ਉਹ ਉਹਨਾਂ ਨੂੰ ਕੁਝ ਇਸ ਚੀਜ਼ ਤੇ ਖੁਸ਼ ਨਹੀਂ ਸੀ। ਨਹੀਂ ਉਹ ਪਤਾ ਕੀ ਆ ਅਸਲ 'ਚ ਖੁਸ਼ ਸਾਰੇ ਹੁੰਦੇ ਆ, ਪਰ ਉਹ ਜਦੋਂ ਪ੍ਰੋਗਰਾਮ ਕੋਈ ਬਹੁਤ ਜ਼ਿਆਦਾ ਪਪੂਲਰ ਪਰ ਸਾਨੂੰ ਨਹੀਂ ਪਤਾ ਲੱਗਾ, ਤੁਹਾਨੂੰ ਮਿਲਦਾ ਤਾਂ ਤੁਹਾਨੂੰ ਦੇਖੋ ਜਿਹੜੇ ਸਾਰੇ ਕੌਣ ਇਦਾਂ ਦਾ ਬੰਦਾ ਹੈਗਾ ਜਿਹੜਾ ਹਾਸਾ ਖੇਡਾ ਨਹੀਂ ਮਜ਼ਾਕ ਕਰਦਾ। ਹੁਣ ਦੇਖੋ ਆਪਣੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਸਾਰੇ ਆਪਾਂ ਬੋਲੀਆਂ ਪਾਉਣੇ ਆ, ਗਿੱਧਾ ਪਾਉਣੇ ਆ, ਤਾਂ ਉਹ ਪ੍ਰੋਗਰਾਮ ਬੜਾ ਪਪੂਲਰ ਹੋਇਆ, ਪਰ ਉਹ ਮੈਨੂੰ ਕਦੀ ਨਹੀਂ ਭੁੱਲਦਾ ਕਿਉਂਕਿ ਅਕਾਲ ਚੈਨਲ ਦੇ ਕੁਝ ਰੂਲਸ ਹੈਗੇ ਨੇ ਤੇ ਉਹਨਾਂ ਦੇ ਰੂਲਸ ਦੇ ਮੁਤਾਬਕ ਅਸੀਂ ਪਿਆਰ ਮੁਹੱਬਤ ਇਹ ਉਹ ਗੱਲਾਂ ਨਹੀਂ ਬਹੁਤੀਆਂ ਉੱਥੇ ਕਰ ਸਕਦੇ। ਜਾਣੀ ਕਿ ਐਸਾ ਢੋਲ ਵੱਜਿਆ ਕਿ ਮੁੜ ਕੇ ਹਾਲਤ ਫਿਰ ਹੌਲੀ ਹੌਲੀ ਹੁਣ ਤਾਂ ਇਦਾਂ ਕਿ ਮੈਂ ਕਦੀ ਘਰ ਵੀ ਬੈਠੀ ਹਾਂ ਤਾਂ ਮੈਂ ਘਰ ਵੀ ਬੋਲੀ ਪਾਉਣ ਤੋਂ ਪਹਿਲਾਂ ਸੋਚਦੀ ਹਾਂ ਕਿ ਮੈਂ ਕਿਹੜੀ ਗੱਲ ਕਰਨੀ। ਇਹ ਹੁਣ ਸਾਡਾ ਸੀਕ੍ਰੇਟ ਹੈ ਜਿਹੜਾ ਬਾਹਰ ਨਿਕਲ ਹੁਣ ਕਿਸੇ ਚੈਨਲ ਤੇ ਨਹੀਂ, ਆਪਾਂ ਘਰ ਬੈਠੇ ਆ, ਤੁਸੀਂ ਹਾਂਜੀ ਤਾਂ ਆਪਣੇ ਦਿਲ ਦੀ ਆਵਾਜ਼ ਕੋਈ ਜੋ ਜ਼ਰੂਰ ਤੁਹਾਨੂੰ ਕੁਝ ਸੁਣਾਵਾਂਗੀ। ਐਕਚੁਅਲੀ I wrote a few songs ਜਿੱਦਾਂ ਸੁਰਜੀਤ ਜੀ ਲਿਖਦੇ ਆ। ਅੱਛਾ ਜੀ। ਤੇ ਮੈਂ ਤੁਹਾਨੂੰ ਇੱਕ ਅੱਧਾ ਜੇ ਚਾਹੁੰਦੇ ਮੈਂ ਗੀਤ ਸੁਣਾ ਦਿੰਦੀ ਹਾਂ। ਮੈਂ ਤਾਂ ਬਹੁਤ ਵਾਰੀ ਮੈਂ ਤਾਂ ਇਦਾਂ ਦੋ ਹੱਥ ਕਰਕੇ ਕਹਿ ਹਟਿਆ, ਪਰ ਉਸ ਲਈ ਤੁਸੀਂ ਬਿਜ਼ੀ ਹੋ ਗਏ। ਠੀਕ ਹੈ ਆਪਣੇ ਚਲੋ ਮੈਂ ਤੁਹਾਨੂੰ ਸੁਣਾਉਣੀ। ਆਹ ਗੀਤ ਜਿਹੜਾ ਇਹ ਰਿਕਾਰਡ ਹੋਇਆ ਹੋਇਆ ਬਾਈ ਦਾ ਵੇ, ਜਿਹੜਾ ਮੈਂ ਤੁਹਾਨੂੰ ਹੁਣ ਸੁਣਾਉਣ ਜਾ ਰਹੀ ਹਾਂ। ਅੱਛਾ ਰਿਕਾਰਡ ਹੋਇਆ। ਇਹਨੂੰ ਇੱਕ ਸਿੰਗਰ ਸੀਗਾ ਸਨੀ ਚੀਮਾ, ਹੁਣ ਨਹੀਂ ਮੈਨੂੰ ਪਤਾ ਉਹ ਕਿੱਥੇ ਤੇ ਕਿੱਦਾਂ ਨਹੀਂ, ਪਰ ਉਸ ਟਾਈਮ ਤੇ ਪੰਜਾਬ ਰੇਡੀਓ ਤੇ ਮੈਂ ਕੰਮ ਕਰਦੀ ਹੁੰਦੀ ਸੀ। ਤੁਸੀਂ ਉਹਨੇ ਗੀਤ ਮੇਰਾ ਇਹ ਲੈ ਲਿਆ ਸੀਗਾ ਤੇ ਉਹਨੇ ਗਾਇਆ ਤੇ ਉਹਦੀ ਮੇਰੇ ਖਿਆਲ ਚ ਕੈਸਟ ਕੋਈ ਆਈ ਸੀਗੀ। ਇਹਦੀਆਂ ਗੀਤ ਦੀਆਂ ਥੋੜੀਆਂ ਲਾਈਨਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਠੀਕ ਹੈ ਠੀਕ ਹੈ। ਮੈਂ ਤੁਹਾਨੂੰ ਇੰਟਰਵਿਊ ਦੇ ਵਿੱਚ ਇਹ ਵੀ ਦੱਸ ਦਵਾਂ ਕਿ ਮੈਨੂੰ ਚੇਤਾ ਭੁੱਲ ਗਿਆ ਸੀ ਕਰਕੇ ਆਪਾਂ ਦੂਰ ਰਹੇ ਇੱਕ ਦੂਜੇ ਤੋਂ। ਹਾਂਜੀ ਉਸਤਾਦ ਜੀ ਜੰਗਾ ਕੈਂਟ ਜੀ, ਤੁਸੀਂ ਮੈਨੂੰ ਫੋਨ ਕੀਤਾ ਸੀ ਕਿ ਰੂਪ ਜੀ ਨਾਲ ਗੱਲ ਕਰਿਓ, ਸੋ ਮੈਂ ਹੁਣ ਤੁਹਾਡੇ ਲਾਈਵ ਆਪਣੇ ਰਿਕਾਰਡਿੰਗ ਦੇ ਵਿੱਚ ਕਰ ਦਿੰਦਾ। ਗੁਰੂਦੇਵ ਜੰਗਾ ਕੈਂਟ ਜੀ, ਉਹਨਾਂ ਨੇ ਤੁਹਾਨੂੰ ਖੁੱਲੀ ਛੁੱਟੀ ਦਿੱਤੀ, ਮਰਜ਼ੀ ਆ ਕੇ ਤੁਸੀਂ ਰਿਕਾਰਡਿੰਗ ਕਰੋ। ਦਿਲ ਵੀ ਨੋ ਚਾਹ ਕੇ ਤੁਸੀਂ ਬਹੁਤ ਉਹਨਾਂ ਦੀ ਰਿਸਪੈਕਟ ਬਹੁਤ ਦਿੱਤੀ ਸੀ ਟੈਲੀਵਿਜ਼ਨ ਉੱਤੇ। ਇਦਾਂ ਮੈਂ ਕਹਿੰਦਾ ਹੁਣ ਕਰੋਨਾ ਵਾਇਰਸ ਕਰਕੇ ਨਹੀਂ ਆ ਸਕੇ ਕੁਝ ਉਸ ਵੇਲੇ। ਚਲੋ ਜੋ ਰੱਬ ਨੂੰ ਮਨਜ਼ੂਰ ਹੋਏਗਾ। ਐਨੀਵੇ ਦਿਸ ਸੌਂਗ ਇਜ਼ ਫॉर ਹਰਵਿੰਦਰ ਫੁੱਲ ਭੈਣ ਜੀ and this is also for ਸੁਰਜੀਤ ਅਟਵਾਲ ਭੈਣ ਜੀ, ਜੋ ਕਿ ਕੈਮਰੇ ਤੇ ਨਹੀਂ ਹੈਗੇ ਪਰ ਨਾਲ ਹੀ ਇੱਥੇ ਬੈਠੇ ਨੇ। ਉਹਨਾਂ ਦੀ ਨਜ਼ਰ ਮੈਂ ਕਰਨ ਲੱਗੀ ਆ। ਤਾੜੀ ਮਾਰ ਸਕਦੇ ਤੁਸੀਂ ਪਿੱਛੇ? ਨਹੀਂ ਤਾੜੀ ਵਾਲਾ ਨਹੀਂ ਹੈਗਾ। ਅੱਛਾ ਇਹ ਥੋੜਾ ਦਿਲ ਫੜ ਲਓ। ਠੀਕ ਹੈ ਦਿਲ ਫੜ ਲਓ ਦੋਸਤੋ। ਅਸੀਂ ਆਏ ਉਡੀਕ ਕਰ ਤੁਰ ਗਏ, ਸੱਜਣਾ ਨੂੰ ਖਬਰ ਵੀ ਨਾ। ਅਸੀਂ ਆਏ ਉਡੀਕ ਕਰ ਤੁਰ ਗਏ, ਸੱਜਣਾ ਨੂੰ ਖਬਰ ਵੀ ਨਾ। ਕਿਵੇਂ ਸੋਹਣੀ ਦੇ ਖੜੇ ਅੱਜ ਖੁਰ ਗਏ, ਸੱਜਣਾ ਨੂੰ ਖਬਰ ਵੀ ਨਾ। ਕਿਵੇਂ ਸੋਹਣੀ ਦੇ ਖੜੇ ਅੱਜ ਖੁਰ ਗਏ, ਸੱਜਣਾ ਨੂੰ ਖਬਰ ਵੀ ਨਾ। ਤਿੱਖੀ ਸੀ ਦੁਪਹਿਰ ਤੇਰਾ ਸ਼ਹਿਰ ਅਣਜਾਣ ਸੀ, ਤਿੱਖੀ ਸੀ ਦੁਪਹਿਰ ਤੇਰਾ ਸ਼ਹਿਰ ਅਣਜਾਣ ਸੀ। ਤੇਰੀਆਂ ਮੁਹੱਬਤਾਂ ਤੇ ਕਿੰਨਾ ਸਾਨੂੰ ਮਾਣ ਸੀ, ਤੇਰੀਆਂ ਮੁਹੱਬਤਾਂ ਤੇ ਕਿੰਨਾ ਸਾਨੂੰ ਮਾਣ ਸੀ। ਧੁੱਪੇ ਖੜਿਆਂ ਦੇ ਪੈਰ ਸਾਡੇ ਸੜ ਗਏ, ਧੁੱਪੇ ਖੜਿਆਂ ਦੇ ਪੈਰ ਸਾਡੇ ਸੜ ਗਏ, ਸੱਜਣਾ ਨੂੰ ਖਬਰ ਵੀ ਨਾ। ਅਸੀਂ ਆਏ ਉਡੀਕ ਕਰ ਤੁਰ ਗਏ, ਸੱਜਣਾ ਨੂੰ ਖਬਰ ਵੀ ਨਾ। ਤੇ ਅੰਤੜਾ ਜਿਹਨੂੰ ਕਹਿੰਦੇ ਨੇ, ਜਦ ਮੇਰੀ ਜ਼ਿੰਦਗੀ ਦਾ ਅੰਤ ਵੇਲਾ ਹੋਵੇਗਾ, ਜਦ ਮੇਰੀ ਜ਼ਿੰਦਗੀ ਦਾ ਅੰਤ ਵੇਲਾ ਹੋਵੇਗਾ, ਤੈਨੂੰ ਛੱਡ ਸਾਰਾ ਜੱਗ ਮੇਰੇ ਲਈ ਰੋਵੇਗਾ, ਤੈਨੂੰ ਛੱਡ ਸਾਰਾ ਜੱਗ ਮੇਰੇ ਲਈ ਰੋਵੇਗਾ। ਅਸੀਂ ਮਰ ਮੁੱਕ ਦੇ ਤੋਂ ਪੁਰ ਗਏ, ਅਸੀਂ ਮਰ ਮੁੱਕ
ਦੇਹ ਤੋਂ ਪੁਰ ਗਏ ਸੱਜਣਾ ਨੂੰ ਖਬਰ ਬਿਨਾ ਅਸੀਂ ਆਏ ਉਡੀਕ ਕਰ ਤੁਰ ਗਏ ਸੱਜਣਾ ਨੂੰ ਖਬਰ। ਤੁਸੀਂ ਪਲੀਜ਼ ਰੋਇਓ ਨਾ, ਦਿਲ ਫੜ ਕੇ ਬੈਠਾ, ਦਿਲ ਫੜ ਕੇ ਬੈਠਾ। ਦੋਸਤੋ ਤੁਸੀਂ ਘਰ ਬੈਠੇ ਵੀ ਤਾੜੀ ਮਾਰ ਸਕਦੇ, ਬਹੁਤ ਪਹਿਲੀ ਵਾਰੀ ਇਦਾਂ ਦੀ ਦਿਲ ਦੀ ਪੜਾਸ ਕਾਲ ਤੇ ਨਹੀਂ ਅਸੀਂ ਕੱਟੀ ਦੀ ਨਾ। ਨਹੀਂ ਮੈਂ ਤੁਹਾਨੂੰ ਜਿਸ ਤਰ੍ਹਾਂ ਦੋਸਤੋ ਪਹਿਲਾਂ ਵੀ ਦੱਸਿਆ ਕਿ ਬਹੁਤ ਛੁਪੇ ਦੋਸਤੋ ਦੇ ਬਹੁਤ ਆਰਟ ਬਹੁਤ ਹੈ। ਇੱਕ ਆਰਟ ਡਰਾਮੇ 'ਚ ਵੀ ਆ ਜਿਹੜੇ ਕਿ ਕਈ ਸਾਲ ਹੋ ਗਏ। ਇਹ ਇੱਕ ਕਿਸੇ ਹੋਰ ਟੈਲੀਵਿਜ਼ਨ 'ਚ ਮੈਂ ਨਾਮ ਨਹੀਂ ਲਊਂਗਾ, ਆਪੇ ਲੈ ਦੇਣ ਤਾਂ ਠੀਕ ਆ। ਉਹਦੇ ਵਿੱਚ ਇੱਕ ਓਲਡ ਲੇਡੀ ਦਾ ਮੈਨੂੰ ਨਾਮ ਪਤਾ, ਕਿਹੜੀ ਕੈਰੈਕਟਰ ਸੀ ਉਹ? ਸੀਗਾ ਬੇਬੇ ਕਰਤਾਰੀ। ਉਹ ਬੜੀ ਇੰਟਰਸਟਿੰਗ ਗੱਲ ਹੈ ਐਕਚੁਅਲੀ। ਦੈਟ ਵਾਸ ਔਨ ਵੀਨਸ ਟੀਵੀ। ਵੀਨਸ ਟੀਵੀ ਚ ਤੁਸੀਂ ਆਪੇ ਕਹਿ ਰਹੇ ਹੋ। ਉਹਦੇ ਉੱਪਰ ਪ੍ਰੋਗਰਾਮ ਆਪਾਂ ਕੀਤਾ ਸੀ ਰਾਜ ਸੇਖੋਂ ਨੇ। ਹਾਂਜੀ ਹਾਂਜੀ। ਤੇ ਅਸਲ ਦੇ ਵਿੱਚ ਨਾ ਮੇਰੀ ਦਾਦੀ ਜਿਹੜੇ ਨੇ ਉਹਨਾਂ ਦਾ ਨਾਮ ਕਰਤਾਰ ਕੌਰ ਸੀਗਾ ਨਾ। ਠੀਕ ਹੈ। ਤੇ ਉਹ ਸਿਆਲਕੋਟ ਡਿਸਟ੍ਰਿਕਟ ਤੋਂ, ਮਤਲਬ ਆਪਾਂ ਜਦੋਂ ਪਾਕਿਸਤਾਨ ਬਣਿਆ ਨਾ ਸਿਆਲਕੋਟ ਤੋਂ ਆਏ ਸੀ। ਨਾਨਕੇ ਵੀ ਸਿਆਲਕੋਟ ਤੋਂ ਆਏ ਸੀ ਤੇ ਉਹ ਵੀ। ਤੇ ਬੇਬੇ ਕਰਤਾਰੀ ਇਜ਼ ਐਕਚੁਅਲੀ, ਮੈਂ ਜੋ ਕੁਝ ਆਪਣੀ ਨਾਨੀ ਤੇ ਦਾਦੀ ਨੂੰ ਦੇਖਦੀ ਹੁੰਦੀ ਸੀ ਨਾ, ਨਾਨੀ ਤੇ ਦਾਦੀ ਦਾ ਮਿਕਸਚਰ ਬਣਾਤਾ ਮੈਂ ਬੇਬੇ ਕਰਤਾਰੀ ਨੂੰ। ਠੀਕ ਹੈ। ਸੋ ਐਗਜ਼ੈਕਟ ਕਾਪੀ ਉਹਨਾਂ ਦੀ ਜੋ ਵੀ ਤੁਹਾਡੇ ਕਾਪੀ ਕਰਨ ਦੀ ਕੋਸ਼ਿਸ਼ ਕਰਦੀ ਸੀ। ਇਹ ਤੁਸੀਂ ਜੇ ਮੜ ਕਰਕੇ ਤੁਹਾਨੂੰ ਕਿਸੇ ਨੇ ਮੁੜ ਕੇ ਨਾ ਤੁਸੀਂ ਟੈਲੀਵਿਜ਼ਨ ਤੇ ਉਹ ਪਾਠ ਕੀਤਾ, ਮੈਨੂੰ ਪਤਾ ਤੁਹਾਨੂੰ ਮੇਕਅਪ ਵੀ ਕਰਨੀ ਪੈਣੀ ਆ, ਪਰ ਤੁਸੀਂ 2 ਲਾਈਨਾਂ ਦੀਆਂ ਉਹ ਸਾਡੇ ਰੂਬਰੂ ਕਰਾ ਦੇ ਤਾਂ ਪੁਰਾਣੀ ਯਾਦ ਤਾਜ਼ਾ ਹੋ ਗਈ। ਠੀਕ ਠੀਕ ਠੀਕ। ਉਹ ਕੁਝ ਪਾਰਟਿਕੂਲਰ ਵਰਡਸ ਹੁੰਦੇ ਆ ਨਾ ਸਿਆਲਕੋਟੀ ਬੋਲੀ ਦੇ ਵਿੱਚ। ਮੈਂ ਕੋਈ ਨਹੀਂ, ਟੇਕ ਯੂਰ ਟਾਈਮ। ਜਿੱਦਾਂ ਸੁਧਾਰ ਮੇਰੇ ਨਾਲ ਇੱਕ ਮਿੰਟ ਮੈਂ ਸੋਚ ਰਹੀ ਹਾਂ ਕੁਝ ਵਰਡਸ, ਬਿਕੋਜ਼ ਯੂ ਪੁੱਟ ਮੀ ਔਨ ਸਪੌਟ। ਐਡਾ ਦਿਨ ਚੜ ਆਇਆ ਹੈ, ਮਈਆਂ ਚੋਈਆਂ ਹੀ ਕੋਈ ਨਾ। ਮਈਆਂ ਮੱਝਾਂ ਨੂੰ ਕਹਿੰਦੇ ਨੇ। ਹਾਂਜੀ ਹਾਂਜੀ। ਐਡਾ ਦਿਨ ਚੜ ਆਇਆ ਤੇ ਮਈਆਂ ਚੋਈਆਂ ਹੀ ਕੋਈ ਨਹੀਂ। ਨੀ ਆ ਚੰਨ ਦੀ ਗੁੱਡੀ ਐ, ਬੜੀ ਵੱਡੀ ਹੋ ਗਈ ਏ। ਹੈ ਹਾਏ ਹਾਏ ਐਡੀ ਵੱਡੀ ਹੋ ਗਈ ਏ ਸੁਖਨਾ, ਕਦੋਂ ਵਿਆਹਣੀ ਜੇ? ਹੁਣ ਵਿਆਹ ਛੱਡੋ ਕੁੜੀ ਨੂੰ, ਕੋਠੇ ਜਿੱਡੀ ਹੋ ਗਈ ਏ। This is how they used to talk. Beautiful. Last time the ਤਾਂ ਥੋੜਾ ਜਿਹਾ ਮੇਕਅਪ ਕਰਕੇ ਆਪਣੇ ਦੂਜੇ ਆਉਂਦੇ ਹੁੰਦੇ ਸੀਗੇ ਨਾ। ਬਿਕੋਜ਼ ਉਹਨਾਂ ਦੀ ਜਿਹੜੀ ਟੋਨ ਸੀਗੀ ਉਹ ਬਿਲਕੁਲ ਹੀ ਵੱਖਰੀ ਸੀ। ਜਿਹੜੀ ਸਾਡੀ ਦੁਆਬੀ ਬੋਲੀ ਹੈ ਜਾਂ ਆਪਣੀ ਇੱਧਰ ਦੀ ਬੋਲੀ ਹੈ, ਉਹ ਗੱਲ ਨੂੰ ਬੜਾ ਢਲਕਾ ਕੇ ਲੰਬਾ ਕਰਕੇ ਕਰਦੇ ਸੀਗੇ। ਹਾਂਜੀ ਹਾਂਜੀ। ਤੇ ਉਹਨੇ ਇਹ ਬਹੁਤ ਵਧੀਆ ਹੁੰਦਾ ਸੀ। ਇਹ ਕੈਰੈਕਟਰ ਮੁੜ ਕੇ ਨਹੀਂ ਲਿਆਂਦਾ, ਕਿਉਂਕਿ ਮੈਂ ਸੁਣਦਾ ਹੁੰਦਾ ਤੁਹਾਨੂੰ, ਮੈਂ ਕਮੈਂਟ ਵੀ ਕਰਦਾ ਹੁੰਦਾ ਸੀਗਾ। ਹਾਂਜੀ ਹਾਂਜੀ। ਯੂਜ਼ਡ ਟੂ ਬੀ ਵੈਰੀ ਨਾਈਸ। ਹਾਂਜੀ ਹਾਂਜੀ। ਦੈਟਸ ਆਲਵੇਜ਼ ਇਨਸਾਈਡ ਮੀ। ਐਂਡ ਹੁਣ ਵੀ ਮੈਂ ਜਦੋਂ ਕਦੀ ਸੋਚਦੀ ਹਾਂ ਨਾ ਕੁਝ ਗੱਲਾਂ, ਤੇ ਕਈ ਵਾਰੀ ਅਸੀਂ ਕਹਿੰਦੇ ਨਾ ਤੂੰ ਕੁਝ ਬੋਲਦਾ ਨਹੀਂ, ਤੇ ਕੁੰਦਾ ਕਿਉਂ ਨਹੀਂ? ਤੂੰ ਕਦੀ ਸੁਣਿਆ ਨਾ ਵਰਡ ਕੁੰਦਾ ਕਿਉਂ ਨਹੀਂ? ਕੁੰਦਾ ਮਤਲਬ ਬੋਲਦਾ ਕਿਉਂ ਨਹੀਂ? ਜਿਹੜੇ ਸਿਆਲ ਨਹੀਂ ਸੁਣਿਆ ਪਹਿਲਾਂ, ਮਈਆਂ ਤਾਂ ਮੈਂ ਸੁਣਿਆ ਜਿਹੜੇ ਸਿਆਲਕੋਟੀ ਭੈਣ ਭਰਾ ਸਾਡੇ ਵਾਚ ਕਰ ਰਹੇ ਆ ਨਾ, ਉਹਨਾਂ ਨੂੰ ਪਤਾ ਹੈ ਕਿ ਇਹ ਕਹਿੰਦੇ ਕੁੰਦਾ ਨਹੀਂ ਮੇਰੇ ਨਾਲ। ਅੱਛਾ। ਕੁੰਦਾ ਮਤਲਬ ਬੋਲਦਾ ਨਹੀਂ ਮੇਰੇ ਨਾਲ। ਕੁਛ ਇਦਾਂ ਦੇ ਵਰਡ ਸੀਗੇ ਜਿਹੜੇ ਮੈਂ ਸਿੱਖ ਕੇ ਉਹਨਾਂ ਨੂੰ ਮੈਂ ਯੂਜ਼ ਕਰਦੀ ਹੁੰਦੀ ਸੀ। ਠੀਕ ਹੈ ਠੀਕ ਹੈ। I will try to remember that, ਪਰ ਇਹ ਨਹੀਂ ਸੀ ਪਤਾ, ਮਈਆਂ ਦਾ ਪਤਾ ਸੀਗਾ। ਤੇ ਹੋਰ ਰੂਪ ਜੀ ਆਪਣੇ ਤੁਸੀਂ ਕੋਈ ਬੋਲੀ ਟੱਪਾ ਵੀ ਤੁਸੀਂ ਸੀਰੀਅਸ ਤਾਂ ਕਰ ਦਿੱਤਾ ਗਾਣਾ, ਤਾਂ ਬਹੁਤ ਵਧੀਆ ਸੀਗਾ। ਔਰ ਬਹੁਤ ਤੁਸੀਂ ਰੀਲਾ ਤੁਸੀਂ ਮੈਂ ਦੱਸਿਆ ਨਾ ਤੁਸੀਂ ਬਹੁਤ